Next topic are criticisms. Consumer equilibrium can easily be determined with the help of the cardinal utility analysis. ਜਿਹੜਾ consumer equilibrium ਆ ਉਹਨੂੰ ਆਪਾਂ cardinal utility analysis ਦੀ help ਨਾਲ easily determine ਕਰ ਸਕਦੇ ਹਾਂ. But there are many drawbacks in the cardinal utility analysis from a practical aspect. But ਇਹ ਕਾਰਡਨਲ ਯੂਟਿਲਿਟੀ ਐਨਾਲਿਸਿਸ ਦੇ ਵਿੱਚ ਸਾਨੂੰ ਕਈ ਡਰਾਬੈਕਸ ਜਿਹੜੀਆਂ ਨੇ ਫੇਸ ਆਊਟ ਕਰਨੀਆਂ ਪੈਂਦੀਆਂ ਨੇ. The drawbacks adversely affect the determination and the analysis of the consumer equilibrium also. ਜਿਹੜੀਆਂ ਇਹ ਡਰਾਬੈਕਸ ਨੇ ਇਹ ਡਰਾਬੈਕਸ ਅਫੈਕਟ ਕਰਦੀਆਂ ਨੇ ਜਿਹੜੀਆਂ ਕੰਜ਼ਿਊਮਰ ਇਕੁਇਲੀਬਰੀਅਮ ਦੇ ਐਨਾਲਿਸਿਸ ਜਾਂ ਅਸੀਂ ਉਹਨਾਂ ਨੂੰ ਡਿਟਰਮਾਈਨ ਕੀਤਾ. ਦਾ ਬਿਕਮ ਕਲੀਅਰ ਫਰੋਮ ਦਾ ਫੋਲੋਇੰਗ ਪੁਆਇੰਟਸ. ਉਹਨਾਂ ਦੇ ਜਿਹੜੇ ਨੀਚੇ ਪੁਆਇੰਟਸ ਨੇ ਇਹ ਕ੍ਰਿਟੀਸਾਈਜ਼ ਨੇ ਜਿਹੜੇ ਪਿੱਛੇ ਆਪਾਂ ਪਿਛਲੇ ਵਾਲੇ ਟੌਪਿਕ ਦੇ ਵਿੱਚ ਆਪਾਂ ਐਨਾਲਿਸਿਸ ਦੇ ਪੁਆਇੰਟ ਕੀਤੇ ਸੀਗੇ ਉਹਨਾਂ ਐਨਾਲਿਸਿਸ ਦੇ ਪੁਆਇੰਟ ਨੂੰ ਇਹਨਾਂ ਨੇ ਕ੍ਰਿਟੀਸਾਈਜ਼ ਵੀ ਕੀਤਾ ਵਾ. ਜਿਵੇਂ ਫਸਟ ਆਉਂਦਾ ਵਾ ਐਵਰੀ ਕੰਜ਼ਿਊਮਰ ਇਜ਼ ਨਾਟ ਅ ਰੈਸ਼ਨਲ. ਅਜ਼ੰਪਸ਼ਨ ਦੇ ਵਿੱਚ ਸੀਗਾ ਕਿ ਜਿਹੜੇ ਕੰਜ਼ਿਊਮਰ ਨੇ ਉਹ ਰੈਸ਼ਨਲ ਨੇ, ਇਟ ਮੀਨਸ ਆ ਸਿਆਣੇ ਨੇ. ਦਾ ਕਾਰਡਨਲ ਯੂਟਿਲਿਟੀ ਐਨਾਲਿਸਿਸ ਸਟੱਡੀ ਐਂਡ ਐਨਾਲਿਸਿਸ ਦਾ ਇਕੁਇਲੀਬਰੀਅਮ ਆਫ ਅ ਰੈਸ਼ਨਲ ਕੰਜ਼ਿਊਮਰ ਓਨਲੀ, ਬਟ ਐਵਰੀ ਕੰਜ਼ਿਊਮਰ ਇਜ਼ ਨਾਟ ਰੈਸ਼ਨਲ ਇਨ ਅ ਪ੍ਰੈਕਟੀਕਲ ਲਾਈਫ. ਜਿਹੜੀ ਕਾਰਡਨਲ ਯੂਟਿਲਿਟੀ ਐਨਾਲਿਸਿਸ ਆ ਉਹਦੇ ਵਿੱਚ ਜਿਹੜੇ ਆ ਕਿ ਰੈਸ਼ਨਲ ਕੰਜ਼ਿਊਮਰਸ ਨੂੰ ਹੀ ਵਧੀਆ ਮੰਨਿਆ ਜਾਂਦਾ ਵਾ. ਬਟ ਜੇ ਅਗਰ ਆਪਾਂ ਪ੍ਰੈਕਟੀਕਲ ਲਾਈਫ ਦੇ ਵਿੱਚ ਦੇਖੀਏ ਤਾਂ ਹਰ ਕੰਜ਼ਿਊਮਰ ਜਿਹੜਾ ਉਹ ਰੈਸ਼ਨਲ ਕੰਜ਼ਿਊਮਰ ਨਹੀਂ ਮੰਨਿਆ ਜਾ ਸਕਦਾ. ਇਟ ਮੀਨਸ ਹਰ ਇੱਕ ਕੰਜ਼ਿਊਮਰ ਨੂੰ ਆਪਾਂ ਸਿਆਣੇ ਕੰਜ਼ਿਊਮਰ ਨਹੀਂ ਮੰਨ ਸਕਦੇ. Utility is a subjective concept. The concept of utility is a subjective concept, so it is possible to measure it the cardinal numbers. Hence the determination of the consumer equilibrium become the difficult. ਜਿਵੇਂ ਉਹਨਾਂ ਦੇ ਵਿੱਚ ਅਜ਼ੰਪਸ਼ਨ ਦੇ ਪੁਆਇੰਟ ਦੇ ਵਿੱਚ ਕਿਹਾ ਸੀਗਾ ਕਿ ਆਪਾਂ ਜਿਹੜੇ ਨੇ ਯਾਨੀ ਕੰਜ਼ਿਊਮਰ ਇਕੁਇਲੀਬਰੀਅਮ ਨੂੰ ਆਪਾਂ ਮੈਜ਼ਰਮੈਂਟ ਕਰ ਸਕਦੇ ਹਾਂ 1 2 3 ਜਿਵੇਂ ਜਿਵੇਂ ਕੰਜ਼ਿਊਮਰ ਸੈਟਿਸਫਾਈ ਹੋਏ ਜਾਂਦੇ ਉਸ ਰਿਗਾਰਡਿੰਗ ਆਪਾਂ ਉਹਨਾਂ ਨੂੰ 1 2 3 4 5 ਐਂਡ ਸੋ ਔਨ ਨੰਬਰ ਦੇ ਕੇ ਆਪਾਂ ਉਹਨਾਂ ਨੂੰ ਈਜ਼ੀਲੀ ਮੈਜ਼ਰਮੈਂਟ ਕਰ ਸਕਦੇ ਹਾਂ. ਤਾਂ ਆਪਾਂ ਉਹਦੇ ਵਿੱਚ ਕੋਈ ਵੀ ਚੀਜ਼ ਨੂੰ ਐਡ ਸਬਟਰੈਕਟ ਮਲਟੀਪਲਾਈ ਜਾਂ ਡਿਵਾਈਡ ਕਰ ਸਕਦੇ ਹਾਂ. ਬਟ ਇਹਨਾਂ ਨੇ ਉਹ ਜਿਹੜਾ ਅਜ਼ੰਪਸ਼ਨ ਉਹਨੂੰ ਕ੍ਰਿਟੀਸਾਈਜ਼ ਕੀਤਾ ਵਾ ਕਿ ਆਪਾਂ ਜਿਹੜੀ ਕਾਰਡਨਲ ਯੂਟਿਲਿਟੀ ਐਨਾਲਿਸਿਸ ਆ ਉਹਨਾਂ ਨੂੰ ਈਜ਼ੀਲੀ ਮੈਜ਼ਰਮੈਂਟ ਨਹੀਂ ਕਰ ਸਕਦੇ ਕਿਉਂਕਿ ਕੰਜ਼ਿਊਮਰ ਇਕੁਇਲੀਬਰੀਅਮ ਨੂੰ ਮੈਜ਼ਰਮੈਂਟ ਕਰਨਾ ਡਿਫਿਕਲਟ ਆ ਕਿ ਉਹ ਵੀ ਕਿਸੇ ਇੱਕ ਪੁਆਇੰਟ 'ਤੇ ਜਾ ਕੇ ਕੰਜ਼ਿਊਮਰ ਨੂੰ ਸੈਟਿਸਫਾਈ ਕਰਨਾ ਜਿਹੜਾ ਉਹ ਡਿਫਿਕਲਟ ਹੋ ਜਾਂਦਾ ਵਾ ਇੱਕ ਕੋਮੋਡਿਟੀ ਦੇ ਨਾਲ. ਥਰਡ ਆਉਂਦਾ ਵਾ ਕ੍ਰਿਟੀਸਾਈਜ਼ਮ ਦਾ ਅਜ਼ੰਪਸ਼ਨ ਆਫ ਦਾ ਇੰਡੀਪੈਂਡੈਂਟ ਯੂਨਿਟਸ. ਹੁਣ ਜਿਵੇਂ ਪਿੱਛੇ ਵਾਲੇ ਅਜ਼ੰਪਸ਼ਨ 'ਚ ਸੀਗਾ ਕਿ ਅਗਰ ਆਪਾਂ ਇੱਕ ਗੁਡਸ ਨਾਲ ਸੈਟਿਸਫਾਈ ਹੁੰਦੇ ਆ ਫਿਰ ਆਪਾਂ ਕੋਈ ਦੂਸਰੀ ਕੋਮੋਡਿਟੀ ਬਾਏ ਕਰਦੇ ਫਿਰ ਉਹਦੇ ਨਾਲ ਸੈਟਿਸਫੈਕਸ਼ਨ ਹੁੰਦੀ ਹੈ ਸਾਨੂੰ, ਤਾਂ ਜਿਹੜੀ ਸੈਕਿੰਡ ਦੀ ਗੁਡਸ ਦੀ ਬਾਏ ਕਰਨ ਦੀ ਸੈਟਿਸਫੈਕਸ਼ਨ ਆ ਉਹ ਫਸਟ ਵਾਲੀ ਗੁਡਸ ਦੇ ਉੱਤੇ ਡਿਪੈਂਡ ਨਹੀਂ ਕਰਦੀ. ਯਾਨੀ ਉਹਦੀ ਸੈਟਿਸਫੈਕਸ਼ਨ ਆਪਣੀ ਹੋਊਗੀ, ਉਹਦੀ ਸੈਟਿਸਫੈਕਸ਼ਨ ਫਸਟ ਵਾਲੀ ਕੋਮੋਡਿਟੀ ਦੀ ਆਪਣੀ ਹੋਊਗੀ. ਇਟ ਮੀਨਸ ਆ ਕਿ ਜਿਹੜੀ ਯੂਟਿਲਿਟੀ ਦੀਆਂ ਉਹ ਇੰਡੀਪੈਂਡੈਂਟ ਸੈਟਿਸਫੈਕਸ਼ਨ ਹੋਊਗੀ. ਬਟ ਇਹਨਾਂ ਨੇ ਉਹਨੂੰ ਵੀ ਕ੍ਰਿਟੀਸਾਈਜ਼ ਕੀਤਾ ਵਾ ਕਿ ਇਨ ਕਾਰਡਨਲ ਯੂਟਿਲਿਟੀ ਐਨਾਲਿਸਿਸ while determining the consumer equilibrium, it is assumed that the utility gained from any particular commodity depend on the consumption of the particular commodity alone, and the consumption of no other commodity can the influence. ਠੀਕ ਹੈ, ਜਦੋਂ ਆਪਾਂ ਇੱਕ ਗੁੱਡਸ ਨੂੰ ਬਾਏ ਕਰਦੇ ਹਾਂ ਉਹਨੂੰ ਬਾਏ ਕਰਨ 'ਤੇ ਜਿਹੜੀ ਸਾਡੀ ਸੈਟਿਸਫੈਕਸ਼ਨ ਹੁੰਦੀ ਆ ਸਾਡੀ ਦੂਸਰੀ ਕੋਮੋਡਿਟੀ ਦਾ ਉਹਦੇ ਨਾਲ ਕੋਈ ਵੀ ਲਿੰਕ ਨਹੀਂ ਹੁੰਦਾ. ਬਟ ਇਟ ਇਜ਼ ਨਾਟ ਅ ਟਰੂ. Various commodity influence the utility gained from one another. ਬਟ ਇਹ ਸਹੀ ਨਹੀਂ ਹੈਗਾ. ਜਦੋਂ ਆਪਾਂ ਕੋਈ ਅਨਦਰ ਯੂਟਿਲਿਟੀ ਨੂੰ ਯਾਨੀ ਕੋਈ ਅਨਦਰ ਕੋਮੋਡਿਟੀ ਨੂੰ ਅਗਰ ਆਪਾਂ ਬਾਏ ਕਰਦੇ ਹਾਂ ਤਾਂ ਉਹਦੀ ਜਿਹੜੀ ਹੈ ਸੈਟਿਸਫੈਕਸ਼ਨ ਆ ਜਾਂ ਫਿਰ ਉਹਦੀ ਜਿਹੜੀ ਕੋਈ ਵੀ ਚੀਜ਼ ਹੋਊਗੀ ਉਹ ਸਾਡੀ ਦੂਸਰੀ ਗੁਡਸ ਦੇ ਉੱਤੇ ਅਫੈਕਟ ਜ਼ਰੂਰ ਕਰਦੀ ਆ. ਦਿਸ ਫੈਕਟ has been overlooked in the cardinal utility analysis. ਇਸ ਲਈ ਕਾਰਡਨਲ ਯੂਟਿਲਿਟੀ ਐਨਾਲਿਸਿਸ ਦੇ ਵਿੱਚ ਜਿਹੜਾ ਉਹ ਫੈਕਟ ਵਾ ਵੀ ਉਹ ਸੈਟਿਸਫੈਕਸ਼ਨ ਆ ਜਿਹੜੀ ਦੂਸਰੀ ਗੁੱਡ ਨੂੰ ਸੈਟਿਸਫਾਈ ਕਰਨ 'ਤੇ ਇਫੈਕਟ ਕਰਦੀ ਆ ਤਾਂ ਉਹਨੂੰ ਅਸੀਂ ਅਣਦੇਖਾ ਜਾਂ ਕਹਿ ਸਕਦੇ ਹਾਂ ਵੀ ਅਸੀਂ ਉਹਨੂੰ ਇਗਨੋਰ ਨਹੀਂ ਕਰ ਸਕਦੇ. ਨੈਕਸਟ ਆਉਂਦਾ ਕ੍ਰਿਟਿਸਿਜ਼ਮ ਮਾਰਜਨ ਯੂਟਿਲਿਟੀ ਆਫ ਮਨੀ ਡਜ਼ ਨੋਟ ਰਿਮੇਨ ਦਾ ਕੌਨਸਟੈਂਟ. ਇਹਨਾਂ ਨੇ ਐਨਾਲਾਈਜ਼ ਕੀਤਾ ਸੀਗਾ ਅਜ਼ਿਊਮ ਕੀਤਾ ਸੀਗਾ ਕਿ ਜਿਹੜੀ ਪ੍ਰਾਈਜ਼ ਆ ਮਨੀ ਆ ਹਮੇਸ਼ਾ ਕੌਨਸਟੈਂਟ ਰਹਿੰਦਾ ਵਾ. ਵਾਈਲ ਦਾ determining the consumer equilibrium with the help of the cardinal utility analysis, it is assumed that the marginal utility of the money remain constant of the consumer. This also an unrealistic assumption. ਠੀਕ ਹੈ, ਇਹਨਾਂ ਨੇ ਕਿਹਾ ਸੀਗਾ ਕਿ ਕਾਰਡਨਲ ਯੂਟਿਲਿਟੀ ਐਨਾਲਿਸਿਸ ਦੇ ਵਿੱਚ ਕੀ ਆ ਕਿ ਜਿਹੜੀ ਮਨੀ ਆ ਉਹ ਹਮੇਸ਼ਾ ਕੌਨਸਟੈਂਟ ਰਹਿੰਦੀ ਆ. ਬਟ
ਕ੍ਰਿਟੀਸਾਈਜ਼ ਕੀਤਾ ਗਿਆ ਵਾ ਕਿ ਜਿਹੜੀ ਮਨੀ ਆ ਹਮੇਸ਼ਾ ਕਨਸਟੈਂਟ ਨਹੀਂ ਰਹਿ ਸਕਦੀ, ਜਿਹੜਾ ਅਜ਼ੰਪਸ਼ਨ ਆ ਉਹ ਅਨਰੀਅਲਿਸਟਿਕ ਅਜ਼ੰਪਸ਼ਨ ਆ। ਨੈਕਸਟ ਆ ਚੇਂਜ ਇਨ ਦਾ ਕੰਜ਼ਿਊਮਰ ਪ੍ਰੈਫਰੈਂਸ। ਅਜ਼ੰਪਸ਼ਨ ਦੇ ਵਿੱਚ ਲਿਆ ਸੀਗਾ ਕਿ ਕੰਜ਼ਿਊਮਰ ਦੀ ਜਿਹੜੀ ਪ੍ਰੈਫਰੈਂਸ ਆ ਉਹਨਾਂ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ। ਇਨ ਅ ਪ੍ਰੈਕਟੀਕਲ ਲਾਈਫ ਕੰਜ਼ਿਊਮਰ ਪ੍ਰੈਫਰੈਂਸ ਲਾਈਕ ਅ ਟੇਸਟ, ਹੈਬਿਟ, ਫੈਸ਼ਨ ਐਕਸੈਕਟਰਾ ਚੇਂਜ ਆ ਰੈਗੂਲਰਲੀ। ਪ੍ਰੈਕਟੀਕਲ ਲਾਈਫ ਦੇ ਵਿੱਚ ਜਿਹੜੇ ਕੰਜ਼ਿਊਮਰ ਦੀ ਪ੍ਰੈਫਰੈਂਸ ਆ, ਠੀਕ ਆ, ਉਹਦੇ ਵਿੱਚ ਉਹਦੀ ਟੇਸਟ, ਹੈਬਿਟ, ਫੈਸ਼ਨ ਹਮੇਸ਼ਾ ਟਾਈਮ ਟੂ ਟਾਈਮ ਚੇਂਜ ਹੁੰਦਾ ਰਹਿੰਦਾ। ਬਟ ਕਾਰਡਨ ਯੂਟਿਲਿਟੀ ਐਨਾਲਿਸਿਸ ਮੇਕ ਦਾ ਅਜ਼ੰਪਸ਼ਨ ਇਜ਼ ਨੋ ਚੇਂਜ ਇਨ ਦਾ ਕੰਜ਼ਿਊਮਰ ਪ੍ਰੈਫਰੈਂਸ। ਬਟ ਕਾਰਡਿਨਲ ਯੂਟਿਲਿਟੀ ਐਨਾਲਿਸਿਸ ਦੇ ਅਜ਼ੰਪਸ਼ਨ ਦੇ ਵਿੱਚ ਲਿਆ ਵਾ ਕਿ ਜਿਹੜੇ ਕੰਜ਼ਿਊਮਰ ਦਾ ਪ੍ਰੈਫਰੈਂਸ ਆ ਉਹ ਚੇਂਜ ਨਹੀਂ ਹੁੰਦਾ। Therefore, it is become difficult to determine the equilibrium with the help of the Cardan utility analysis. ਇਸ ਲਈ Cardan utility analysis ਦੇ ਵਿੱਚ ਇਸ ਚੀਜ਼ ਨੂੰ ਡਿਫਿਕਲਟ ਹੋ ਜਾਂਦਾ ਵਾ ਅਜ਼ਿਊਮ ਕਰਨਾ, ਠੀਕ ਆ, ਕਿ ਜਿਹੜੇ ਕੰਜ਼ਿਊਮਰ ਦੀ ਪ੍ਰੈਫਰੈਂਸ ਆ, ਟੇਸਟ ਆ, ਉਹ ਚੇਂਜ ਨਹੀਂ ਹੁੰਦੇ। ਬਟ ਇਹ ਗਲਤ ਵਾ। ਪ੍ਰੈਕਟੀਕਲ ਲਾਈਫ ਦੇ ਵਿੱਚ ਇਹ ਚੀਜ਼ ਪੋਸੀਬਲ ਨਹੀਂ ਹੋ ਸਕਦੀ ਕਿਉਂਕਿ ਕੰਜ਼ਿਊਮਰ ਦਾ ਜਿਹੜਾ ਟੇਸਟ ਆ, ਪ੍ਰੈਫਰੈਂਸ ਆ, ਉਹਨਾਂ ਦੀ ਹੈਬਿਟਸ ਨੇ ਤੇ ਫੈਸ਼ਨ ਆ, ਟਾਈਮ ਟੂ ਟਾਈਮ ਹਮੇਸ਼ਾ ਚੇਂਜ ਹੁੰਦੇ ਨੇ। ਨੈਕਸਟ ਕ੍ਰਿਟਿਸਿਜ਼ਮ ਆ ਚੇਂਜ ਇਨ ਕੰਜ਼ਿਊਮਰ ਇਨਕਮ। ਅਜ਼ੰਪਸ਼ਨ ਦੇ ਵਿੱਚ ਲਿਆ ਸੀਗਾ ਕਿ ਕੰਜ਼ਿਊਮਰ ਦੀ ਇਨਕਮ ਚੇਂਜ ਨਹੀਂ ਹੁੰਦੀ, ਬਟ ਉਹਨਾਂ ਨੇ ਅਜ਼ੰਪਸ਼ਨ ਨੂੰ ਕ੍ਰਿਟੀਸਾਈਜ਼ ਕੀਤਾ ਵਾ ਕਿ ਕੰਜ਼ਿਊਮਰ ਜਿਹੜੀ ਇਨਕਮ ਆ ਉਹ ਚੇਂਜ ਹੁੰਦੀ ਆ। ਕਾਰਡਨ ਯੂਟਿਲਿਟੀ ਐਨਾਲਿਸਿਸ ਡਿਟਰਮਾਈਨ ਦਾ ਕੰਜ਼ਿਊਮਰ ਇਕੁਇਲਿਬਰੀਅਮ ਔਨ ਦਾ basis of the assumption there is a no change in the consumer income। ਕਾਰਡਨ ਯੂਟਿਲਿਟੀ ਐਨਾਲਿਸਿਸ ਦੇ ਅਜ਼ੰਪਸ਼ਨ ਦੇ ਵਿੱਚ ਕਿਹਾ ਵਾ ਕਿ ਜਿਹੜੀ ਕੰਜ਼ਿਊਮਰ ਦੀ ਇਨਕਮ ਆ ਉਹ ਕਦੇ ਵੀ ਚੇਂਜ ਨਹੀਂ ਹੁੰਦੀ, ਬਟ देयर इज़ चेंज इन कंज्यूमर इनकम। बट की है जी कंज्यूमर की इनकम आ चेंज होंगी आ। इट बिकम डिफिकल्ट डिटरमाइन द कंज्यूमर इक्विलिब्रियम विद द हेल्प ऑफ द कार्डन यूटिलिटी एनालिसिस। इसलिए कंज्यूमर इक्विलिब्रियम नूं कार्डन यूटिलिटी एनालिसिस की हेल्प नाल डिटरमिन करना वो डिफिकल्ट हो जाता वा। नैक्सट आ चेंज इन प्राइस। अजम्पशन दे विच लिया सीगा कि जिहड़ा प्राइस आ वो भी चेंज नहीं होंदा, हमेशा गुड्स दा प्राइस सेम रहिंदा वा। The Cardan utility analysis make the assumption that price remain the constant, but it is not true in the reality। But reality ਦੇ ਵਿੱਚ ਇਹ ਗੱਲ ਸਹੀ ਨਹੀਂ ਹੈ ਕਿਉਂਕਿ ਪ੍ਰਾਈਸ ਦਾ ਹਮੇਸ਼ਾ ਚੇਂਜ ਹੁੰਦੇ ਨੇ। Price always keep on the changing, hence the use of the Cardan utility analysis in the determination of consumer equilibrium become the difficult। ਠੀਕ ਹੈ, ਇਸ ਲਈ ਕਾਰਡਨ ਯੂਟਿਲਿਟੀ ਐਨਾਲਿਸਿਸ ਨੂੰ ਕੰਜ਼ਿਊਮਰ ਇਕੁਇਲਿਬਰੀਅਮ ਦੀ ਹੈਲਪ ਨਾਲ ਡਿਟਰਮਿਨ ਕਰਨਾ ਉਹ ਡਿਫਿਕਲਟ ਆ। ਲਾਸਟ ਪੁਆਇੰਟ ਆਉਂਦਾ ਲੈਕ ਆਫ ਦਾ ਪਰਫੈਕਟ ਨੌਲੇਜ। ਅਜ਼ੰਪਸ਼ਨ ਦੇ ਵਿੱਚ ਇਹਨਾਂ ਨੇ ਲਿਆ ਸੀਗਾ ਕਿ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਗੁਡਸ ਦੀ ਪੂਰੀ ਨੌਲੇਜ ਹੁੰਦੀ ਆ, ਲਾਈਕ ਪ੍ਰਾਈਸ ਦੀ ਹੋ ਗਈ, ਆਪਣੀ ਇਨਕਮ ਦੀ ਰਿਗਾਰਡਿੰਗ ਹੋ ਗਈ, ਉਹਨਾਂ ਨੂੰ ਆਪਣੇ ਫੈਸ਼ਨ ਦੇ ਰਿਗਾਰਡਿੰਗ ਹੋ ਗਈ, ਯਾਨੀ ਉਹਨਾਂ ਨੂੰ ਕੰਜ਼ਿਊਮਰ ਨੂੰ ਗੁਡਸ ਦੇ ਰਿਗਾਰਡਿੰਗ ਹਰ ਇੱਕ ਚੀਜ਼ ਦੀ ਨੌਲੇਜ ਹੁੰਦੀ ਆ। ਇਨ ਅ ਪ੍ਰੈਕਟੀਕਲ ਲਾਈਫ no consumer is so rational that the consumer may have the complete and the perfect knowledge about the various commodity, their price and the utility which the consumer can get from the various commodity। practical life ਦੇ ਵਿੱਚ ਕੀ ਆ, ਜਿਹੜੇ ਕੰਜ਼ਿਊਮਰਸ ਨੇ ਉਹ ਰੈਸ਼ਨਲ ਨਹੀਂ ਹੈਗੇ, ਸਾਰੇ ਕੰਜ਼ਿਊਮਰ ਸਿਆਣੇ ਨਹੀਂ ਹੈਗੇ। ਇਸ ਲਈ ਹਰ ਇੱਕ ਕੰਜ਼ਿਊਮਰ ਨੂੰ ਕੰਪਲੀਟਲੀ ਤੇ ਪਰਫੈਕਟ ਨੌਲੇਜ ਨਹੀਂ ਹੈਗੀ ਗੁੱਡਸ ਕੋਮੋਡਿਟੀ ਦੇ ਬਾਰੇ, ਨਾ ਹੀ ਉਹਨਾਂ ਨੂੰ ਉਹਨਾਂ ਦੀ ਪ੍ਰੋਪਰਲੀ ਪ੍ਰਾਈਸ ਦਾ ਪਤਾ ਵੀ ਕੀ ਪ੍ਰਾਈਸ ਆ, and the utility which a consumer can get from the various commodities। That is why many times the consumer spend money on such goods which did not yet yield maximum total utility to consumer। ਕਿਸੇ ਟਾਈਮ ਹੁੰਦਾ ਕਿ ਜਿਹੜੇ ਕੰਜ਼ਿਊਮਰਸ ਨੇ ਆਪਣਾ ਪੈਸਾ ਉਹਨਾਂ ਚੀਜ਼ਾਂ 'ਤੇ ਖਰਚ ਕਰਦੇ ਆ ਜਿਨ੍ਹਾਂ ਚੀਜ਼ਾਂ ਦੀ ਉਹਨਾਂ ਨੂੰ ਕਦੇ ਵੀ ਲੋੜ ਨਹੀਂ ਹੁੰਦੀ। The consumer also spend money on such goods which are harmful to consumer like opium and wine etc। ਠੀਕ ਆ, ਤੇ ਕਈ ਟਾਈਮ ਹੁੰਦਾ ਵਾ ਕਿ ਜਿਹੜੇ ਕੰਜ਼ਿਊਮਰਸ ਨੇ ਆਪਣਾ ਪੈਸਾ ਹਾਰਮਫੁਲ ਗੁੱਡਸ ਨੂੰ ਖਰੀਦਣ ਦੇ ਵਿੱਚ ਬਾਏ ਕਰ ਲੈਂਦੇ, ਜਿਵੇਂ ਸ਼ਰਾਬ ਵਗੈਰਾ ਹੋ ਗਈ, ਸਿਗਰਟ ਵਗੈਰਾ ਹੋ ਗਈ, ਇਹੋ ਜਿਹੀਆਂ ਚੀਜ਼ਾਂ ਨੂੰ ਬਾਏ ਕਰਨ 'ਚ ਆਪਣਾ ਪੈਸਾ ਉਹ ਖਰਾਬ ਕਰਦੇ ਆ। ਸੋ ਦਾ ਅਜ਼ੰਪਸ਼ਨ ਆਫ ਦਾ ਪਰਫੈਕਟ ਨੌਲੇਜ ਇਨ ਦਾ ਕਾਰਡਨ ਯੂਟਿਲਿਟੀ ਐਨਾਲਿਸਿਸ ਆਲਸੋ ਕ੍ਰੀਏਟ ਅ ਹਿੰਡਰੈਂਸ ਇਨ ਦਾ ਡਿਟਰਮੀਨੇਸ਼ਨ ਆਫ ਦਾ ਕੰਜ਼ਿਊਮਰ ਇਕੁਇਲਿਬਰੀਅਮ। ਇਸ ਲਈ ਅਗਰ ਆਪਾਂ ਜਿਹੜੀ ਪਰਫੈਕਟ ਨੌਲੇਜ ਦੀ ਅਜ਼ੰਪਸ਼ਨ ਲਈ ਆ ਕਿ ਜਿਹੜੇ ਕੰਜ਼ਿਊਮਰਸ ਨੇ ਉਹਨਾਂ ਨੂੰ ਹਰ ਇੱਕ ਚੀਜ਼ ਦੀ ਪਰਫੈਕਟ ਨੌਲੇਜ ਆ, ਉਹ ਜਿਹੜੀ ਅਜ਼ੰਪਸ਼ਨ ਆ ਉਹ ਸਾਨੂੰ ਕੀ ਆ ਕੰਜ਼ਿਊਮਰ ਇਕੁਇਲਿਬਰੀਅਮ ਨੂੰ ਡਿਟਰਮਾਈਨ ਕਰਨ ਦੇ ਵਿੱਚ ਬਹੁਤ ਸਾਰੀਆਂ ਹਿੰਡਰੈਂਸ ਮਤਲਬ ਆ ਪ੍ਰੋਬਲਮਸ ਕ੍ਰੀਏਟ ਕਰਦੀਆਂ ਨੇ। ਇਸ ਲਈ ਰੈਸ਼ਨਲ ਪੀਪਲ ਨਾ ਹੋਣ ਕਰਕੇ, ਸਾਰੇ ਪੀਪਲ ਜਿਹੜੇ ਉਹ ਰੈਸ਼ਨਲ ਨਹੀਂ ਹੈਗੇ, ਇਟ ਮੀਨ ਸਿਆਣੇ ਨਹੀਂ ਹੈਗੇ, ਸਾਰੇ ਕੰਜ਼ਿਊਮਰ ਸਿਆਣੇ ਨਾ ਹੋਣ ਕਰਕੇ ਉਹਨਾਂ ਨੂੰ ਪਰਫੈਕਟ ਨੌਲੇਜ ਨਹੀਂ ਹੈਗੀ। ਪਰਫੈਕਟ ਨੌਲੇਜ ਨਾ ਹੋਣ ਕਰਕੇ ਸਾਨੂੰ ਕੰਜ਼ਿਊਮਰ ਇਕੁਇਲਿਬਰੀਅਮ ਨੂੰ ਡਿਟਰਮਾਈਨ ਕਰਨਾ ਪੋਸੀਬਲ ਨਹੀਂ ਹੈ।